ਅੱਜ ਆਪਾਂ ਵਚਨ ਦੇ ਵਿੱਚੋਂ ਬਹੁਤ ਹੀ ਖਾਸ ਚੀਜ਼ ਸਿੱਖਣੀ ਆ ਔਰ ਉਹ ਖਾਸ ਚੀਜ਼ ਆ ਕਿ ਜੇ ਅਸੀਂ ਜਾਣ ਬੁੱਝ ਕੇ ਪਾਪ ਕਰੀਏ ਤਾਂ ਫਿਰ ਆਪਣਾ ਕੀ ਬਣਨਾ ਆ। ਅਣਜਾਣਪੁਣੇ ਵਿੱਚ ਪਾਪ ਹੁੰਦੇ ਆ, ਬੱਚੇ ਕੋਲੋਂ ਅਣਜਾਣਪੁਣੇ ਵਿੱਚ ਕਦੀ ਗਲਤੀ ਹੋ ਜਾਏ ਤੇ ਆਪਾਂ ਉਹਨੂੰ ਮਾਫ ਕਰ ਦਿੰਨੇ ਆ, ਪਰ ਜਦੋਂ ਆਪਾਂ ਬੱਚੇ ਨੂੰ ਸਮਝਾ ਦਈਏ ਕਿ ਇਦਾਂ ਨਹੀਂ ਕਰਨਾ, ਬੱਚਾ ਫਿਰ ਉਸ ਗਲਤੀ ਨੂੰ ਬਾਰ-ਬਾਰ ਕਰੇ, ਸਮਝਾਉਣ ਦੇ ਬਾਵਜੂਦ ਵੀ ਕਰੇ, ਤਾਂ ਫਿਰ ਕੀ ਹੁੰਦਾ ਆ ਤੁਹਾਨੂੰ ਪਤਾ ਹੈ ਨਾ ਆਪਾਂ ਕੀ ਕਰਦੇ ਘਰਾਂ ਦੇ ਵਿੱਚ। ਇਸੇ ਤਰ੍ਹਾਂ ਆਪਾਂ ਅੱਜ ਵਚਨ ਦੇ ਵਿੱਚੋਂ ਦੇਖਣਾ ਆ ਕਿ ਜੇ ਅਸੀਂ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਜੇ ਅਸੀਂ ਜਾਣ ਬੁੱਝ ਕੇ ਪਾਪ ਕਰਾਂਗੇ ਤਾਂ ਫਿਰ ਪਰਮੇਸ਼ਵਰ ਦਾ ਵਚਨ ਸਾਡੇ ਲਈ ਕੀ ਗੱਲ ਕਰਦਾ ਹੈ। ਆਪਾਂ ਦੇਖਦੇ ਹਾਂ ਪਵਿੱਤਰ ਬਾਈਬਲ ਦੇ ਵਿੱਚੋਂ ਇਬਰਾਨੀਆਂ ਦੀ ਪੁਸਤਕ ਉਸ ਦਾ 10 ਨੰਬਰ ਅਧਿਆਏ ਔਰ ਉਹਦੀ 26 ਨੰਬਰ ਪੰਕਤੀ ਤੋਂ ਲੈ ਕੇ 31 ਨੰਬਰ ਪੰਕਤੀ ਤੱਕ, ਬੁੱਕ ਆਫ ਹੀਬਰਿਊਜ਼ ਚੈਪਟਰ ਨੰਬਰ 10 ਐਂਡ ਵਰਸ ਨੰਬਰ 26 to 31। ਇੱਥੇ ਲਿਖਿਆ, ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ, ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਸ ਕਿਸੇ ਨੇ ਮੂਸਾ ਦੀ ਸ਼ਰ੍ਹਾ ਦੀ ਟਾਲਣਾ ਕੀਤੀ ਹੋਵੇ ਉਹ 2 ਜਾਂ 3 ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ, ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨਾ ਕੁ ਹੋਰ ਵੀ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ, ਜਿਨ੍ਹਾਂ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ। ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਨੇ ਆਖਿਆ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਵਾਂਗਾ, ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪ੍ਰਜਾ ਦਾ ਨਿਆਂ ਕਰੇਗਾ। ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ। ਸੋ ਮੈਂ ਕੋਸ਼ਿਸ਼ ਕੀਤੀ ਹੈ ਮੈਂ ਬਹੁਤ ਆਰਾਮ ਦੇ ਨਾਲ ਵਚਨ ਦੇ ਵਿੱਚੋਂ ਪੜਾਂ ਤਾਂ ਜੋ ਸਾਰਿਆਂ ਨੂੰ ਸਮਝ ਆ ਸਕੇ। ਔਰ ਇੱਥੇ ਦੇਖੋ ਵਚਨ ਦੇ ਵਿੱਚ ਇੱਥੇ ਕੀ ਲਿਖਿਆ, ਕਹਿੰਦਾ ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀਏ, ਜੇ ਆਪਾਂ ਨੂੰ ਸੱਚਾਈ ਪਤਾ ਲੱਗ ਜਾਵੇ ਕਿ ਪਾਪ ਕੀ ਆ, ਔਰ ਫਿਰ ਸਾਨੂੰ ਇਹ ਪਤਾ ਲੱਗ ਜਾਏ ਕਿ ਪਾਪ ਦੀ ਮਜ਼ਦੂਰੀ ਮੌਤ ਆ। ਜਿਹੜੇ ਫਸਟ ਟਾਈਮ ਆਏ ਆ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਪਵਿੱਤਰ ਬਾਈਬਲ ਦੇ ਅਨੁਸਾਰ ਜਿਹੜੇ ਇਨਸਾਨ ਪਾਪ ਕਰਦੇ ਆ, ਜਿੱਦਾਂ ਪੁੰਨ ਕਰਨ ਦੇ ਬਾਅਦ ਆਪਾਂ ਕਹਿੰਦੇ ਆਪਾਂ ਨੂੰ ਫਲ ਮਿਲਦਾ ਆ, ਚੰਗਾ ਫਲ ਮਿਲਦਾ, ਇਸੇ ਤਰ੍ਹਾਂ ਪਾਪ ਕਰਨ ਦੇ ਬਾਅਦ ਬਾਈਬਲ ਇਦਾਂ ਦੱਸਦਾ ਸਦੀਪਕ ਮੌਤ ਮਿਲਦੀ ਆ, ਨਰਕ ਦੀ ਭਿਆਨਕ ਅੱਗ ਪ੍ਰਾਪਤ ਹੁੰਦੀ ਆ। ਔਰ ਪਾਪ ਕਰਨਾ ਬਹੁਤ ਘਿਨਾਉਣਾ ਗਿਣਿਆ ਗਿਆ ਆ ਪਵਿੱਤਰ ਬਾਈਬਲ ਦੇ ਅਨੁਸਾਰ। ਪਰ ਖੁਸ਼ੀ ਦੀ ਗੱਲ ਇਹ ਆ ਕਿ ਪ੍ਰਭੂ ਯਿਸੂ ਮਸੀਹ ਜੀ ਪਾਪੀਆਂ ਨੂੰ ਧਰਮੀ ਬਣਾਉਣ ਦੇ ਲਈ ਇਸ ਸੰਸਾਰ ਦੇ ਵਿੱਚ ਆਏ, ਤਾਂ ਜੋ ਜੇ ਕੋਈ ਇਨਸਾਨ ਪਾਪ ਤੇ ਗੁਨਾਹ ਦੇ ਵਿੱਚ ਆ, ਸਗੋਂ ਵਚਨ ਦੇ ਵਿੱਚ ਇਦਾਂ ਲਿਖਿਆ ਕਿ ਹਰੇਕ ਇਨਸਾਨ ਨੇ ਪਾਪ ਕੀਤਾ ਤੇ ਹਰੇਕ ਇਨਸਾਨ ਨੇ ਗਲਤੀ ਕੀਤੀ, ਇੱਕ ਵੀ ਇਹੋ ਜਿਹਾ ਨਹੀਂ ਜਿਨੇ ਕੋਈ ਪਾਪ ਤੇ ਗੁਨਾਹ ਨਾ ਕੀਤਾ ਹੋਵੇ। ਪਰ ਪ੍ਰਭੂ ਯਿਸੂ ਮਸੀਹ ਜੀ ਉਹਨਾਂ ਗੁਨਾਹਗਾਰਾਂ ਤੇ ਉਹਨਾਂ ਪਾਪੀਆਂ ਨੂੰ, ਭਾਵ ਹਰੇਕ ਇਨਸਾਨ ਨੂੰ ਬਚਾਉਣ ਦੇ ਲਈ ਸੰਸਾਰ ਦੇ ਵਿੱਚ ਆਏ, ਪਰ ਬਚਾਏ ਉਹੀ ਜਾਂਦੇ ਆ ਜਿਹੜੇ ਇਕਰਾਰ ਕਰਦੇ ਆ ਕਿ ਸੱਚਮੁੱਚ ਮੈਂ ਪਾਪੀ ਤੇ ਗੁਨਾਹਗਾਰ ਆ, ਮੈਂ ਤੌਬਾ ਕਰਦਾ ਆ ਪ੍ਰਭੂ, ਮੈਂ ਇਸ ਪਾਪ ਤੋਂ ਆਜ਼ਾਦ ਹੋਣਾ ਚਾਹੁੰਦਾ ਆ, ਔਰ ਮੈਂ ਯਕੀਨ ਕਰਦਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਮੇਰੇ ਪਾਪ ਆਪਣੇ ਬਦਨ ਦੇ ਉੱਤੇ ਚੱਕ ਕੇ ਸਲੀਬ ਦੇ ਉੱਤੇ ਬਲੀਦਾਨ ਹੋ ਗਏ ਤਾਂ ਜੋ ਮੈਂ ਬਚਾਇਆ ਜਾਵਾਂ ਨਰਕ ਦੀ ਭਿਆਨਕ ਅੱਗ ਤੋਂ, ਆਉਣ ਵਾਲੀ ਤਬਾਹੀ ਤੋਂ। ਹਾਲੇਲੂਇਆ। ਇਸ ਲਈ ਹੁਣ ਤੁਸੀਂ ਇਹ ਗੱਲ ਸੁਣ ਲਈ, ਤੁਸੀਂ ਇਸ ਸੱਚਾਈ ਨੂੰ ਜਾਣ ਲਿਆ, ਤੁਹਾਡੇ ਤੇ ਇਹ ਗਿਆਨ ਪ੍ਰਗਟ ਕਰ ਦਿੱਤਾ ਗਿਆ, ਭਾਵੇਂ ਤੁਸੀਂ ਆਪਣੇ ਕੰਨਾਂ ਦੇ ਰਾਹੀਂ ਉਸ ਗੱਲ ਨੂੰ ਮਨ ਤੱਕ ਲੈ ਕੇ ਗਏ ਜਾਂ ਨਹੀਂ ਲੈ ਕੇ ਗਏ, ਹੁਣ ਤੁਸੀਂ ਇਸ ਚੀਜ਼ ਦੇ ਅਧੀਨ ਆ ਗਏ ਆ ਕਿ ਤੁਹਾਨੂੰ ਪਤਾ ਲੱਗ ਗਿਆ ਪਾਪ ਕਰਨਾ ਬੁਰੀ ਗੱਲ ਆ। ਹੁਣ ਤੁਹਾਡੇ ਲਈ ਬਚਨ ਕੀ ਕਹਿੰਦਾ ਆ, ਕਹਿੰਦਾ ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ
ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ। ਹੁਣ ਤੁਹਾਨੂੰ ਦੱਸਿਆ ਗਿਆ ਕਿ ਸਾਡੇ ਗੁਨਾਹਾਂ ਦੇ ਬਦਲੇ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋਏ। ਇੱਕ ਵਾਰੀ ਸਾਨੂੰ ਸਾਰੇ ਗੁਨਾਹ, ਭਾਵੇਂ ਉਹ ਵਿਭਚਾਰ ਸੀ, ਭਾਵੇਂ ਉਹ ਨਸ਼ੇ ਸੀ, ਭਾਵੇਂ ਉਹ ਕਤਲ ਕਰਨਾ ਸੀ, ਹਰਾਮਕਾਰੀਆਂ ਸੀ, ਜੋ ਵੀ ਗੁਨਾਹ ਆਪਾਂ ਕਰਕੇ ਆਏ ਆ ਅੱਜ ਦੇ ਪਿੱਛੋਂ, ਜੋ ਵੀ ਕੀਤੇ ਸੀ, ਉਹਨਾਂ ਗੁਨਾਹਾਂ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋ ਗਏ। ਔਰ ਉਹ ਗੁਨਾਹ ਜਦੋਂ ਤੁਸੀਂ ਅੱਜ ਤੌਬਾ ਕਰਨੀ ਜਾਂ ਕਰ ਲਈ ਆ, ਉਦੋਂ ਉਹ ਬਖਸ਼ ਦਿੱਤੇ ਜਾਣੇ। ਉਹਨਾਂ ਦਾ ਲੇਖਾ ਜੋਖਾ ਜਿਹੜਾ ਆ ਉਹ ਖਤਮ, ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾਣੀ, ਉਹ ਤੁਹਾਡੇ ਲੇਖੇ ਨਹੀਂ ਗਿਣੇ ਜਾਣੇ। ਜਦੋਂ ਤੁਸੀਂ ਤੌਬਾ ਕਰ ਲਈ ਕਿ ਪ੍ਰਭੂ ਯਿਸੂ ਮਸੀਹ ਮੇਰੇ ਮੁਕਤੀ ਦਾਤਾ ਆ, ਮੈਂ ਪਾਪੀ ਤੇ ਗੁਨਾਹਗਾਰ ਆ ਤੇ ਪ੍ਰਭੂ ਮੈਨੂੰ ਮਾਫ ਕਰੋ, ਮੈਨੂੰ ਧਰਮੀਆਂ ਵਾਲਾ ਇੱਕ ਧਾਰਮਿਕ ਜੀਵਨ ਦਿਓ, ਤਾਂ ਪੁਰਾਣੇ ਗੁਨਾਹ ਮਿਟ ਗਏ। ਪਰ ਅੱਜ ਦੇ ਬਾਅਦ ਜੇ ਤੁਸੀਂ ਜਾਣ ਬੁੱਝ ਕੇ ਪਾਪ ਕਰੋ, ਜਾਣ ਬੁੱਝ ਕੇ ਗਲਤੀਆਂ ਕਰੋ, ਉਹ ਪਾਪ ਕਿਹੜੀ ਚੀਜ਼ ਨੂੰ ਗਿਣਿਆ ਜਾਂਦਾ? ਜਿਹੜੇ ਕੰਮ ਕਰਨੇ ਪਰਮੇਸ਼ਵਰ ਨੇ ਸਾਨੂੰ ਮਨਾ ਕੀਤੇ ਹੋਣ। ਜੇ ਅਸੀਂ ਫੇਰ ਬਾਰ-ਬਾਰ ਉਹ ਕੰਮ ਕਰੀਏ, ਕਹਿੰਦਾ ਫੇਰ ਤੁਹਾਡੇ ਲਈ ਕੋਈ ਬਲੀਦਾਨ ਨਹੀਂ ਆ, ਫੇਰ ਕੋਈ ਇਹੋ ਜੀ ਬਲੀ ਨਹੀਂ ਆ ਵੀ ਤੁਸੀਂ ਕਹੋ ਪਹਿਲਾਂ ਤਾਂ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋਏ ਸੀ ਪਿਛਲੇ ਗੁਨਾਹਾਂ ਲਈ, ਹੁਣ ਮੈਂ ਫਲਾਨਾ ਕਬੂਤਰ ਝਟਕਾ ਦਿੰਨਾ, ਘੁੱਗੀ ਝਟਕਾ ਦਿੰਨਾ, ਬੱਕਰਾ ਜਾਂ ਮੁਰਗਾ, ਵਟਐਵਰ, ਕੁਝ ਵੀ, ਕੋਈ ਬਲੀਦਾਨ ਨਹੀਂ ਆ। ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਅਗਰ ਕੋਈ ਇਨਸਾਨ ਗਲਤੀ ਕਰਦਾ ਆ, ਉਹਦੀ ਮਾਫੀ ਦੇ ਲਈ ਕੋਈ ਰਾਹ ਨਹੀਂ ਆ। ਇਦਾਂ ਪਵਿੱਤਰ ਵਚਨ ਦੱਸਦਾ ਆ, ਕਹਿੰਦਾ ਪਰ ਉਹਦੇ ਲਈ ਬਾਕੀ ਕੀ ਆ? ਫਿਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ, ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਹੜਾ ਸੱਚ ਨੂੰ ਜਾਣਨ ਦੇ ਬਾਅਦ ਗੁਨਾਹ ਕਰੂਗਾ, ਉਹਦੇ ਲਈ ਕਹਿੰਦਾ ਇਹ ਉਡੀਕ ਬਾਕੀ ਆ ਵੀ ਨਿਆਂ ਕੀਤਾ ਜਾਣਾ ਆ, ਨਿਆਂ ਦੇ ਵਿੱਚ ਮੈਨੂੰ ਨਰਕ ਦੀ ਅੱਗ ਦੇ ਵਿੱਚ ਸੁੱਟ ਦਿੱਤਾ ਜਾਣਾ ਤੇ ਮੈਂ ਭਸਮ ਹੋ ਜਾਣਾ। ਕਹਿੰਦਾ ਉਹਦੇ ਲਈ ਇਹੋ ਹੀ ਬਾਕੀ ਆ। ਇਸ ਲਈ ਸਾਨੂੰ ਬਹੁਤ ਸੁਚੇਤ ਹੋਣਾ ਪੈਣਾ ਆ। ਆਪਾਂ ਇੱਥੇ ਆਏ ਆ ਇਸ ਲਈ ਨਹੀਂ ਕਿ ਤੁਹਾਡੀਆਂ ਲੱਤਾਂ, ਬਾਹਾਂ, ਅੱਖਾਂ, ਨੱਕ, ਕੰਨ, ਮੂੰਹ ਚੰਗੇ ਹੋ ਜਾਣ। ਇਹ ਭੁਲੇਖਾ ਆ। ਇਹ ਜਿਹੜੀਆਂ ਬਿਮਾਰੀਆਂ ਆ, ਪਰਮੇਸ਼ਵਰ ਨੇ ਇਹਨਾਂ ਨੂੰ ਇੱਕ ਰਸਤਾ ਬਣਾ ਕੇ ਤੁਹਾਨੂੰ ਯੂਜ਼ ਕਰ ਲਿਆ ਆਪਣੀ ਹਜ਼ੂਰੀ ਵਿੱਚ ਲੈ ਕੇ ਆਉਣ ਨੂੰ। ਇਹੀ ਕਾਰਨ ਨਹੀਂ ਆ ਤੁਹਾਨੂੰ ਲੱਗਦਾ ਅਸੀਂ ਬੈਰੀ ਦੇ ਜਕੜੇ ਹੋਏ ਆਏ ਆ, ਏਦਾਂ ਨਹੀਂ ਆ। ਵੈਰੀ ਨੂੰ ਉਹਨੇ ਟਾਈਮ ਲਈ ਅਲਾਓ ਕੀਤਾ ਸੀ ਜਦ ਤੱਕ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਨਾ ਆ ਜਾਓ ਵੀ ਤੂੰ ਇਹਨਾਂ ਨੂੰ ਪਰੇਸ਼ਾਨ ਕਰੀ, ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦਾ, ਫਿਰ ਮੈਂ ਇਹਨਾਂ ਨੂੰ ਸੰਭਾਲ ਲੂੰਗਾ, ਇਹਨਾਂ ਨੂੰ ਮੈਂ ਬਚਾਉਣਾ ਚਾਹੁੰਦਾ ਆ। ਸੋ ਉਹਨੇ ਦਿਸ ਵੇ ਔਰ ਦੈਟ ਵੇ, ਜਿੱਦਾਂ ਕਿੱਦਾਂ ਵੀ ਉਹਨੇ ਤੁਹਾਨੂੰ ਦੁੱਖਾਂ ਦੇ ਰਾਹੀਂ, ਖੁਸ਼ੀਆਂ ਦੇ ਰਾਹੀਂ, ਪਰੇਸ਼ਾਨੀਆਂ ਦੇ ਰਾਹੀਂ, ਕਰਜ਼ਿਆਂ ਦੇ ਰਾਹੀਂ ਉਹ ਤੁਹਾਨੂੰ ਆਪਣੇ ਨੇੜੇ ਲੈ ਆਇਆ ਆ। ਆ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਬੈਠੇ ਆ, ਇਹ ਫ੍ਰੀ ਆਫ ਕਾਸਟ ਹੀ ਜਾਂਦੀਆਂ ਰਹਿਣੀਆਂ ਆ। ਇਹ ਤੇ ਉਹਦੀ ਕਿਰਪਾ ਹੀ ਇੰਨੀ ਆ, ਉਹਦਾ ਅਨੁਗ੍ਰਹ ਹੀ ਇੰਨੇ ਆ ਕਿ ਜਿੱਥੇ ਉਹਦੀ ਉਪਸਥਿਤੀ ਹੋ ਜੇ ਉੱਥੇ ਬਿਮਾਰੀਆਂ, ਕਮਜ਼ੋਰੀਆਂ, ਪਰੇਸ਼ਾਨੀਆਂ ਟਿਕਦੀਆਂ ਨਹੀਂ ਆ। ਸੋ ਜੇ ਤੁਸੀਂ ਇਹਨਾਂ ਹੀ ਬਿਮਾਰੀਆਂ ਦਾ ਕਰਕੇ ਹੀ ਸਿਰਫ ਆਏ, ਇਹਨਾਂ ਤੋਂ ਆਜ਼ਾਦੀ ਮਿਲੇ, ਫਿਰ ਮੇਰੇ ਖਿਆਲ ਬੜਾ ਫਾਇਦਾ ਨਹੀਂ ਆ। ਪਰ ਪਰਮੇਸ਼ਵਰ ਇਸ ਤੋਂ ਅੱਗੇ ਤੁਹਾਡੇ ਨਾਲ ਕੁਝ ਕਰਨਾ ਚਾਹੁੰਦੇ ਆ। ਤੁਹਾਡੀ ਜਿਸਮਾਨੀ ਸ਼ਿਫਾ ਤੋਂ ਅੱਗੇ ਤੁਹਾਨੂੰ ਕੁਝ ਦੇਣਾ ਚਾਹੁੰਦੇ ਆ। ਜਿਸਮਾਨੀ ਸ਼ਿਫਾ ਬਹੁਤ ਛੋਟੀ ਜਿਹੀ ਚੀਜ਼ ਆ, ਜਿਸਮ ਦਾ ਚੰਗਾ ਹੋਣਾ ਬਹੁਤ ਨਿੱਕੀ ਜੀ ਗੱਲ ਆ, ਪਰ ਰੂਹ ਦਾ ਚੰਗੇ ਹੋਣਾ ਅਸਲੀ ਕਾਰਨ ਆ, ਅਸਲੀ ਵੱਡਾ ਮਿਸ਼ਨ ਆ ਸਾਡੇ ਰੂਹ ਦਾ ਚੰਗਾ ਹੋਣਾ, ਸਾਡੇ ਰੂਹ ਦਾ ਬਚ ਜਾਣਾ, ਨਰਕ ਦੀ ਭਿਆਨਕ ਅੱਗ ਤੋਂ ਬਚ ਜਾਣਾ। ਸੋ ਪਰਮੇਸ਼ਵਰ ਨੇ ਤੁਹਾਨੂੰ ਸੱਦਿਆ ਆ, ਤੁਸੀਂ ਆਏ ਨਹੀਂ ਆ। ਇਸ ਲਈ ਤੁਸੀਂ ਪਰਮੇਸ਼ਵਰ ਦੇ ਅੱਗੇ ਆਪਣੇ ਬਸ ਗੋਡਿਆਂ ਦੀਆਂ, ਬਾਹਾਂ ਦੀਆਂ, ਧੌਣਾਂ ਦੀਆਂ ਤੇ ਸਿਰ ਦੀਆਂ ਦੁਆਵਾਂ ਨਹੀਂ ਕਰਨੀਆਂ, ਤੁਸੀਂ ਰੂਹ ਦੀ ਦੁਆ ਕਰੋਗੇ। ਜਦੋਂ ਰੂਹ ਚੰਗਾ ਹੋ ਗਿਆ, ਇਹ ਤਾਂ ਸਾਰੇ ਰਾਹ ਸੀਗੇ, ਇਹ ਸਾਰੇ ਜਿਹੜੇ ਆ ਇਹ ਆਪਣੇ ਆਪ ਪਿੱਛੇ ਹਟ ਜਾਣੇ ਆ। ਹਾਲੇਲੂਇਆ। ਤੁਸੀਂ ਅੰਡਰਸਟੈਂਡ ਕਰ ਕਿ ਆਪਾਂ ਗਲਤੀਆਂ ਕਰਨੀਆਂ ਬੰਦ ਕਰਨੀਆਂ। ਤੁਸੀਂ ਇਸ ਲਈ ਸੱਦੇ ਗਏ ਆ, ਮੈਂ ਇਸ ਲਈ ਖੜੀ ਕੀਤੀ ਗਈ ਆ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਨਾਹ ਕਰਨੇ ਬੰਦ ਕਰ ਦਈਏ, ਤਾਂ ਜੋ ਅਸੀਂ ਪਰਮੇਸ਼ਵਰ ਦੇ ਨਾਲ ਜਿਹੜਾ ਰਿਸ਼ਤਾ ਆ ਉਹ ਸਾਫ਼ ਤੇ ਸਿੱਧਾ ਕਰ ਲਈਏ, ਕਿਤੇ ਅਸੀਂ ਨਰਕ ਨੂੰ ਨਾ ਚਲੇ ਜਾਈਏ। ਤੁਹਾਡੀ ਸਮਝ ਲਈ ਤੁਹਾਨੂੰ ਜਾਣਕਾਰੀ ਮਿਲੇ,
लंगा इंसान भी जिहड़ा आ लत्तां तो आरा जिहड़ा इंसान आ, वो स्वर्ग नूं जा सकदा आ जे ओदियां रूह दियां लत्तां सही सलामत होण। अन्ना मनुख भी जिहड़ा आ वो स्वर्ग नूं जा सकदा आ बशर्ते कि ओदे आत्मा दियां अखां खुल्लियां होईयां होण। टुंडा मनुख भी जिहड़ा आ वो स्वर्ग नूं जा सकदा आ बशर्ते कि ओदे रूह दे हथ सलामत होण, क्योंकि बाणी दे विच लिखिया आ कहंदा दोआं हत्थां दे नाल नरक नूं जाण नालों चंगा आ टुंडा होके स्वर्ग नूं चलिया जा। ओदा मतलब की है, कहंदा जेड़ा हथ तेरा पाप करे ओनू वड सिट, जेड़ी अख तेरी पाप करे ओनू कड सिट। इहदा की मतलब होया हुण असीं अपने जिस्म दे अंग वड्डणे शुरू कर दईए? पर इहदा मतलब आ तू इनू मरिया समझ। जे तेरा हथ कहंदा मैनू सोने दा कंगण चाहीदा आ ते तैनू सोने दा कंगण पाउण दे लई चोरी करनी पवे, कहंदा तू समझ ला मेरा हथ ही है नहीं जिहदे विच मैं कंगण पाउणा है। जे तेरा अख कहंदा पाप नूं देखना पसंद करदा आ पर तेनू ओ पाप देख के तू नरक नूं जा सकदा आ, ते फिर कहंदा तू ऐदां समझ भी तू अन्ना तैनू दिखदा ही कुछ नहीं, तू पाप देखना ही नहीं। इसलिए वो कहंदा तू दोवां हत्थां दे नाल नरक नूं जाण दे नालों चंगा आ भी टुंडा होके स्वर्ग नूं चलिया जा। सानू उन्हां चीज़ां वल्लों मरना आ ਜਿਹੜੀਆਂ सानू पाप करन दे लई उकसाउंदियां आ। फर्ज करो साडा बहुत जी करदा आ बई असी सोहणे मर्दां विच जां सोहणीआं इस्त्रियां विच जाके बैठीए, सानू इदां जापड़ा उन्हां दे विच बहण दे नाल की होना आ, कोई फर्क नहीं पैना, बस जाके बहना ही आ। पर तुसी अपने मन दे नाल समझौता करन दे आ, जे फर्क नहीं पैना फिर तक उत्थे जाओ या ना जाओ तां भी कोई फर्क नहीं पैना। सो इसलिए जिथे जाके तुहानू लगदा कि मेरे मन च बदी आ सकदी आ, मेरे मन विच पाप आ सकदा आ, इंटरनेट दे राहीं असीं किन्ना पाप करदे आ, साडे मन दे ख्याल जिहड़े आ वो गुनाह करदे आ। इंटरनेट दीयां किन्नियां चीज़ां सानू गुनाह करन दे लई उकसाउंदियां आ, किन्ने प्रोग्राम्स इहो जिहे आ, किन्ने साडे दोस्त मित्र इहो जिहे आ जिन्हां दे कोल जाके असीं कोई भी चंगी गल नहीं करदे, कोई अकल वाली गल नहीं करदे। आपां जदों भी उन्हां दे कोल जाने बालियां दी लाइफ दे विच कोई ना कोई इदां दी सहेली जां इदां दा कोई मित्र हुंदा जिहदे नाल जाके वो नॉनसेंस गल्लां करदे जिन्हां दा कोई अर्थ भाव नहीं हुंदा। इहो जिहियां दी संगत सानू छड्डनी पैणी आ, इहो जे काम सानू छड्डने पैणे आ। आपां नू देखना पैना भी जिहड़ा मैं काम करदा इहदे नाल मैनू रूह नू की फायदा मिलदा, मेरी नू जे रूह नू फायदा नहीं मिलदा वो काम नहीं करना। सानू जरूरी आ परख ते पड़ताल करनी, जे असी परख ते पड़ताल करांगे फिर असी सही आ। पर वो की कहंदा तुसी ये सोचो कि जदों पुराना समा सीगा उदों लॉ की कहंदा सीगा, उदों कानून की बोलदा सी, कहंदा जे कोई गुनाह करदा आ मूसा दी शरह दे अनुसार 2-3 जणियां दी गवाही दे विच जे वो गुनाहगार साबित हो जे, जे 2 या 3 जणे कहण हाँ असीं इहनूं पाप करदिआं देखिआ आ, ओहदी गवाही पा देण, कहंदा ओहनूं फिर मार सुੱਟਦੇ ਸੀਗੇ उस गुनाहगार नूं जे उहदे ते 2 ਜਾਂ 3 जणे गवाही पा देण तो मारे जाण दे योग सीगा, इन्नी वड्डी सज़ा सी। ते कहंदा जे कोई कहंदा उस शरह की खिलाफत च पापी गिणिया जांदा मारे जाण दे योग सी, कहंदा फिर ओहदे लई किन्नी वध वड्डी सज़ा होऊगी जेड़ा परमेश्वर दे वचन नूं लताड़ दिंदा आ, परमेश्वर दे पुत्तर नूं अपने पैरां हेठां लताड़दा आ, ते कहंदा फिर ओहदे लहू दी तौहीन कर दिंदा आ, जेड़ा कहंदा ओहदे वचन दी वैल्यू नहीं करदा, ओहदे बलिदान दी वैल्यू नहीं करदा। उन्हें जान लिया प्रभु यीशु मसीह मेरे गुनाहां दे लई बलिदान होए, ओ रोज कहंदा प्रभु यीशु तेरे नाम च मैनूं शिफा मिल जे, प्रभु यीशु तेरे नाम च मैं चंगिया हो जावां। और फिर वो ये भी जानदा कि प्रभु यीशु मसीह ने क्या है टेढ़ी पीढ़ी दे नाल नहीं उठना बहना, टेढ़ी पीढ़ी वालियां नाल खाना पीना नहीं आ, इन्हां लोकां दी संगत नहीं करनी, पर जाके फिर वो भूतां दी मेज़ दा सांझी हो जावे तां फिर उहदे लई किन्नी वड्डी सज़ा होऊगी। जदों तक आपां नूं नहीं पता सीगा कि पाप की आ ते पुण्य की आ, जदों तक आपां नूं नहीं पता सीगा प्रभु यीशु मसीह ने साडे लई किन्ना वड्डा दुख झल्लिया, सब चलदा सीगा, एक्सक्यूज सीगा। पर हुण तां सानूं पता लग गया प्रभु यीशु मसीह ने किन्ना वड्डा दुख झल्लिया,
ਸਾਡੇ ਲਈ ਆਪਣੇ ਹੱਥਾਂ 'ਚ ਕਿੱਲ ਠੁਕਵਾਏ, ਪੈਰਾਂ 'ਚ ਕਿੱਲ ਠੁਕਵਾਏ, ਉਹਦੀ ਪਿੱਠ ਦਾ ਮਾਸ ਉਧੜ ਗਿਆ ਜਦੋਂ ਉਹਦੇ ਪਿੱਠ ਤੇ ਛੈਂਟੇ ਮਾਰਦੇ ਸੀ, ਉਹਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ ਗਿਆ। ਅਗਰ ਸਾਨੂੰ ਪਤਾ ਲੱਗ ਗਿਆ ਕਿ ਕਿਸੇ ਧਰਮੀ ਬੰਦੇ ਨੇ ਸਾਡੇ ਲਈ ਇੰਨਾ ਦੁੱਖ ਝੱਲਿਆ, ਉਸ ਪਰਮੇਸ਼ਵਰ ਨੇ ਸਾਨੂੰ ਬਚਾਉਣ ਦੇ ਲਈ ਵੀ ਅਸੀਂ ਨਰਕ ਨੂੰ ਨਾ ਚਲੇ ਜਾਈਏ, ਉਹਨੇ ਆਪਣਾ ਇਕਲੌਤਾ ਤੇ ਸਿਰਫ ਇੱਕੋ ਹੀ ਪੁੱਤਰ ਜਿਹੜਾ ਆ ਉਹ ਸਾਡੇ ਗੁਨਾਹਾਂ ਦੇ ਲਈ ਬਲੀਦਾਨ ਕਰ ਦਿੱਤਾ ਕਿ ਅਸੀਂ ਬਚਾਏ ਜਾਈਏ। और फिर असी उस बलिदान नूं अखों ओले करके, उस बलिदान नूं अखों परोखे करके, उहदे लई असी अवेसले होके फिर असी सिनेमे नूं चले जाइए, फिर असी जनाहकारी करन लग जाइए, फिर असी हरामकारियां च पै जाइए, फिर असी चुगली निंदिया च पै जाइए, फिर असी चोरी करन लग जाइए, तां कहंदा फिर किन्नी वड्डी सज़ा होनी चाहीदी है। कहंदा परमेश्वर दे हत्थां विच पैना भयानक गल आ। क्यों करके परमेश्वर ने की क्या कहंदा, वट्टा लेना मेरा काम आ, बदला लेना मेरा काम आ। अगर वो शरह दे विरुद्ध जेड़ा बंदा जांदा सी ओदा बदला मौत सीगा, ते कहंदा फिर परमेश्वर दे विरुद्ध, परमेश्वर दे पुत्तर दे विरुद्ध जे कोई जना जाऊगा ते कहंदा फिर ओदे लई परमेश्वर किन्ना भयानक बदला लऊगा ओदे कोलों। तुहानूं पता आपां परमेश्वर दे क्रोध दा सामना नहीं कर सकते, ਆਪਾਂ परमेश्वर की किरपा दे विच ही बने रहिए, यही अपने लिए चंगी गल आ। इसलिए अपने गुनाहां तो तौबा करो, अपने गुनाहां दा इकरार करो। आपां हर रोज़ किन्नियां गलतियां करते हैं, प्रभु किन्ने दयालु ते कृपालु हर रोज़ अपनियां गलतियां नूं बख्श दिंदे आ। जे किते वो अपनियां गलतियां दे हिसाब नाल चलण लग जाण, आपां नूं अगले डंग दी रोटी भी नसीब ना होवे। जिन्नियां गलतियां आपां करते हैं, जरूरी नहीं हुंदा कि गलती ओही आ जिहड़ी असीं हत्थां नाल करदे आ। आपां अपणियां सोचां नाल किन्नियां गलतियां करदे, आपां अपणियां सोचां 'च अपने गुआंढियां लई किन्नी वारी गलत सोचदे आ, उन्हां दे निआणियां दे लई किन्नी वारी गलत सोचदे आ। किसे पिंड दी जिहड़ी भैण अपने घरे आई जां भरा अपने घरे आया, आपां किन्ने जणियां दीयां चुगलियां उन्हां दे कोल करदे आ। तुहानूं पता बाइबल आपां नूं अलाओ नहीं करदा। कहंदा जे तू जनाह कर लिया वो पाप आ, ते जे तू जनाह करन बारे सोच ही लिया वो भी पाप आ, और ओना ही पाप आ जिन्ना जिस्म दे नाल कीते जानते आ। अगर एक विआहिया होया मर्द किसे ओपरी इस्त्री दे बारे सोचे कि काश ये मेरी पत्नी हुंदी और मेरे संबंध इहदे नाल हुंदे, जां ये पत्नी नहीं भी है तो मैं मौका देख के इहदे नाल संबंध बनावांगा। इस तरह अगर कोई तीवी यही चीज़ किसी मर्द के बारे में सोचे, पर अगर उन्होंने नहीं चांस मिलिया शरीरक तौर पर पाप करन दा, पर चेते रखियो पाप उन्होंने लेखे विच इदां ही लिख दिता गया जिद्दां उन्होंने शरीर नाल कीता होवे, क्योंकि उन्होंने मन ने कर लिया, शरीर नाल वो इसलिए नहीं कर सके क्योंकि वो संसार की कुटमार तो डरदे सीगे, पर उन्हां दा मन तैयार सीगा करन दे लई, हालात नहीं बने। इसलिए बाइबल दे विच लिखिया आ, कहंदा तुसी पवित्र बनो। सानू पवित्र बनना, असी किसे लई गलत सोचना भी नहीं आ। इदां नहीं कि मेरा जी करदा मैं इनू वड्ड सुट्टां, जी तो कर रहा ना तुहाडा वड्डण दे लई, तुसी वड्ड क्यों नहीं रहे? क्योंकि तुसी जाणदे जे तुसी वड्डिया तुहाडे उत्ते परचा हो जाना, जे तुसी वड्डिया चार बंदे तुहानू भी वड्डणगे, जे तुसी उहनू गाल कड्डोगे चार बंदे तुहानू भी गालां कड्डणगे। तुसी शरीरक तौर ते कष्ट भोगण तो डरदे, इसलिए तुसी शरीर नाल नहीं कीता, पर तुसी की किया मेरा जी करदा मैनू वड्ड सिट्टां, क्योंकि तुहानू पता तुहाडा जी की कर रहा वो तुहाडे नाल बैठे नू नहीं पता। पर चेते रखियो एक हैगा जिहड़ा जियां नू भी पढ़ लैंदा आ, कहंदा ओ दिलां ते गुरदियां नू जानण वाला परमेश्वर आ। जे तुसी कहता ना मेरा जी करदा मैं इनू मार ही दवां, तुहाडे लेखे कतल गिणिया गया आ, तुसी कातल हो गए सोचण दे नाल ही। सानू इन्ना सही चलना अपनी जिंदगी विच कि साडी सोच विच भी ना आवे कि मेरा आ जी करदा कि मैं फलाना पाप करा, मेरा आ जी करदा कि मैं इहदे राह दे विच रुकावट बन जा। कई लोग की करनगे मेरा जी करदा मैं ते ना जिथे इहदा न्याणा काम करदा मैं उत्थे जाके एक बारी उहनां नाल गल करां, इहनूं इत्थों नौकरी तो कढावां फिर मैनूं ठंड पैणी है। एक बारी उन्होंने नौकरी तो कढ़ा के तेनू ठंड पै जानी, पर इहो जे साड़ दे विच उन्हें सिटना आ जिथे कदी अग नहीं बुझनी। एक मनुख सीगा, बंदा मर्द सीगा मेल, ते ओदा किसे
अपने जॉब के उत्ते कोई ਉਹਦੇ ਕੰਮ ਕਰਦੀ ਸੀਗੀ औरत ਤੇ ਉਹਦਾ ਪਾਪ ਉਹਦੇ ਲਈ ਉਹਦੇ ਮਨ ਦੇ ਵਿੱਚ ਆਇਆ ਪਰ ਉਹ ਚਰਚ ਨੂੰ ਜਾਂਦਾ ਸੀਗਾ ਤੇ ਉੱਥੇ ਉਹ ਸੁਣਦਾ ਸੀ ਕਿ ਸੋਚਣਾ ਵੀ ਗੁਨਾਹ ਆ ਹੁਣ ਉਹ ਕੀ ਕਰਦਾ ਜਦੋਂ ਹੀ ਪਾਪ ਆਉਂਦਾ ਉਹਦੇ ਮਨ ਦੇ ਵਿੱਚ ਉਦੋਂ ਹੀ ਕਹਿੰਦਾ ਮੈਂ ਗੁਨਾਹ ਨਹੀਂ ਕਰਨਾ ਮੈਂ ਇਹਨੂੰ ਰਿਸੀਵ ਨਹੀਂ ਕਰਦਾ ਮੇਰੇ ਲੇਖੇ ਪਾਪ ਨਹੀਂ ਗਿਣਿਆ ਜਾ ਸਕਦਾ ਮੈਂ ਤਾਂ ਧਰਮੀ ਬੰਦਾ ਆ ਮੈਂ ਤਾਂ ਪਰਮੇਸ਼ਵਰ ਦੇ ਵਚਨ ਨੂੰ ਸੁਣਦਾ ਪ੍ਰਭੂ ਤੂੰ ਹੀ ਮੈਨੂੰ ਬਚਾਵੀਂ ਫਿਰ ਉਹਨੇ ਕੀ ਕੀਤਾ ਇੱਕ ਉਹਨੂੰ ਉਸ ਔਰਤ ਨੂੰ ਸੱਦਿਆ ਆਪਣੇ ਆਫਿਸ ਦੇ ਵਿੱਚ ਉਹਨੂੰ ਕਹਿੰਦਾ ਤੂੰ ਇੱਥੇ ਬਹਿ ਜਾ ਬਸ ਉਹ ਉੱਥੇ ਬੈਠ ਗਈ ਫਿਰ ਉਹਨੇ ਆਪਣੇ ਪੀਅਨ ਨੂੰ ਸੱਦਿਆ ਕਹਿੰਦਾ ਇੱਕ ਕੈਂਡਲ ਲੈ ਕੇ ਆ ਤੇ ਉਹ ਫਿਰ ਕੈਂਡਲ ਲੈ ਕੇ ਆਇਆ ਮੋਮਬੱਤੀ ਲੈ ਕੇ ਆਇਆ ਉਹਨੇ ਮੋਮਬੱਤੀ ਬਾਲੀ ਤੇ ਆਪਣਾ ਹੱਥ ਜਿਹੜਾ ਆ ਨਾ ਉੱਥੇ ਅੱਗ ਦੇ ਉੱਤੇ ਰੱਖ ਦਿੱਤਾ ਉਹਨੇ ਉਹ 1 ਮਿੰਟ ਵੀ ਨਹੀਂ ਕੱਢ ਸਕਿਆ ਹੁਣ ਅੱਗ ਦੇ ਉੱਤੇ ਹੱਥ ਫਿਰ ਉਹ ਜਿਹੜੀ ਬੈਠੀ ਆ ਭੈਣ ਮੋਰੇ ਉਹ ਕਹਿੰਦੀ ਵੀ ਸਰ ਤੁਸੀਂ ਇਦਾਂ ਕਾਹਤੇ ਕਰਦੇ ਆ ਤੁਸੀਂ ਆਪਣਾ ਹੱਥ ਕਾਹਤੇ ਲੂਈ ਜਾਂਦੇ ਮੈਨੂੰ ਮੋਰੇ ਬਿਠਾ ਲਿਆ ਉਹਨੂੰ ਵਿਚਾਰੀ ਨੂੰ ਕੁਝ ਪਤਾ ਨਹੀਂ ਆ ਉਹ ਕਹਿੰਦਾ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਆ ਵੀ ਜੇ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਂ ਭਲਾ ਮੇਰਾ ਹੱਥ ਜਿਹੜਾ ਆ ਉਹ ਕਿੰਨੀ ਕੁ ਅੱਗ ਝੱਲ ਸਕਦਾ ਆ ਪਰ ਕਹਿੰਦਾ ਇਹ ਤਾਂ 1 ਮਿੰਟ ਦੀ ਅੱਗ ਵੀ ਨਹੀਂ ਝੱਲ ਸਕਿਆ ਤੇ ਕਹਿੰਦਾ ਜੇ ਮੇਰਾ ਸਾਰਾ ਹੀ ਸਰੀਰ ਤੇਰੇ ਨਾਲ ਪਾਪ ਕਰ ਬੈਠੇ ਮੈਨੂੰ ਨਰਕ ਦੀ ਅੱਗ 'ਚ ਸੁੱਟੇ ਜਾਣਾ ਜਿਹੜੀ ਕਦੀ ਨਹੀਂ ਬੁਝਣੀ ਉਹ ਸਦਾ ਦੀ ਆ ਕਹਿੰਦਾ ਜੇ ਮੈਂ 1 ਮਿੰਟ ਦੀ ਅੱਗ ਇੱਕ ਹੱਥ ਉੱਤੇ ਨਹੀਂ ਝੱਲ ਸਕਿਆ ਤੇ ਮੇਰਾ ਕਹਿੰਦਾ ਸਾਰਾ ਹੀ ਜਿਹੜਾ ਜਿਸਮ ਆ ਉਹ ਸਦਾ ਦੀ ਅੱਗ ਨੂੰ ਕਿੱਦਾਂ ਝੱਲ ਸਕੂ ਕਹਿੰਦਾ ਇਹ ਨਿੱਕੀ ਜਿਹੀ ਅੱਗ ਨੇ ਮੈਨੂੰ ਨਰਕ ਦੀ ਅੱਗ ਤੋਂ ਬਚਾ ਲਿਆ ਹੈ ਹਾਲੇਲੂਇਆ ਸਾਨੂੰ ਇਦਾਂ ਹੀ ਆਪਣੇ ਆਪ ਨੂੰ ਟ੍ਰੇਨਡ ਕਰਨਾ ਪੈਣਾ ਹੈ ਜਦੋਂ ਹੀ ਪਾਪ ਆਉਣਾ ਆ ਉਦੋਂ ਹੀ ਚੇਤੇ ਰੱਖੋ ਪਾਪ ਦੀ ਮਜ਼ਦੂਰੀ ਮੌਤ ਆ ਉਹਨੇ ਬਾਰ-ਬਾਰ ਵੈਰੀ ਨੇ ਤੁਹਾਡੇ ਮਨ 'ਚ ਚੀਜ਼ਾਂ ਪਾਉਣ ਦੀ ਕੋਸ਼ਿਸ਼ ਕਰਨੀ ਆ ਉਹ ਦੇਖ ਕਿੰਨਾ ਸੋਹਣਾ ਬੰਦਾ ਤੁਰਿਆ ਜਾਂਦਾ ਉਹ ਦੇਖ ਕਿੰਨੀ ਸੋਹਣੀ ਤੀਵੀਂ ਤੁਰੀ ਜਾਂਦੀ ਆ ਦੇਖ ਪਰਸ ਰੱਖ ਕੇ ਚਲੇ ਗਏ ਲਾਗੇ ਕੋਈ ਨਹੀਂ ਹੈਗਾ ਤੇਰੇ ਨਿਆਣਿਆਂ ਦੀ ਫੀਸ ਵੀ ਤਾਰਨ ਵਾਲੀ ਆ ਇਹ ਰੱਬ ਵੱਲੋਂ ਹੀ ਹੋਣਾ ਕਈ ਵਾਰੀ ਚੋਰੀ ਕਰਨ ਨੂੰ ਵੈਰੀ ਪਤਾ ਕਿੱਦਾਂ ਕਹਿੰਦਾ ਉਹ ਤੁਹਾਡੀਆਂ ਮਜਬੂਰੀਆਂ ਨੂੰ ਤੁਹਾਡੇ ਸਾਹਮਣੇ ਲੈ ਆਉਂਦਾ ਆ ਉਹਨੇ ਕਹਿਣਾ ਇਹ ਰੱਬ ਵੱਲੋਂ ਹੀ ਆ ਉਹ ਪਰਸ ਛੱਡ ਕੇ ਚਲੇ ਗਈ ਇੱਥੇ ਸੇਵਾ ਕਰਨ ਕੋਈ ਉਹ ਲੈ ਕੇ ਵੀ ਜਾ ਹੀ ਸਕਦੀ ਸੀ ਇਹ ਰੱਬ ਨੇ ਹੀ ਉਹਦੇ ਤੋਂ ਛੁਡਾ ਦਿੱਤਾ ਆ ਉਹਨੇ ਤੁਹਾਡੇ ਮਨ 'ਚ ਇਦਾਂ ਪਾ ਕੇ ਤੁਹਾਡੇ ਤੋਂ ਚੋਰੀ ਕਰਾ ਦੇਣੀ ਉਹਨੇ ਇਦਾਂ ਥੋੜੀ ਕਹਿਣਾ ਵੀ ਸਿੰਘ ਜੇ ਕੱਢ ਕੇ ਆ ਜਾਵੇ ਉਹਨੇ ਕਹਿਣਾ ਮੈਂ ਸ਼ੈਤਾਨ ਆ ਕਰ ਚੋਰੀ ਤੈਨੂੰ ਨਰਕ ਦੀ ਅੱਗ ਨੂੰ ਸਿੱਟਾਂ ਉਹ ਚਮਕ ਦਾ ਰੂਪ ਲੈ ਕੇ ਆਉਂਦਾ ਆ ਉਹ ਸਫੇਦ ਬਣ ਕੇ ਹੀ ਆਉਂਦਾ ਆ ਚਾਨਣ ਬਣ ਕੇ ਆਉਂਦਾ ਚੰਗੀਆਂ ਚੀਜ਼ਾਂ ਦੇ ਨਾਲ ਉਹ ਸਾਡੇ ਕੋਲੋਂ ਪਾਪ ਕਰਾਉਂਦਾ ਆ ਉਹਨੇ ਪਾਪ ਨੂੰ ਇਦਾਂ ਪੇਸ਼ ਕਰਨਾ ਜਿੱਦਾਂ ਧਰਮ ਦਾ ਕੰਮ ਕਰਾਉਂਦਾ ਹੋਵੇ ਸਾਨੂੰ ਸੁਚੇਤ ਹੋਣਾ ਪੈਣਾ ਆ ਪਰ ਫਿਰ ਅਸੀਂ ਚੋਰੀ ਨਹੀਂ ਕਰਨੀ ਸਾਨੂੰ ਅਗਰ ਪਰਮੇਸ਼ਵਰ ਨੇ ਸਾਡੇ ਨਿਆਣਿਆਂ ਦੀ ਫੀਸ ਪੇ ਕਰਨੀ ਆ ਉਹ ਜਿਹੜੀ ਭੈਣ ਪਰਸ ਭੁੱਲ ਕੇ ਗਈ ਆ ਜਾਂ ਜਿਹੜੇ ਭਰਾ ਦਾ ਬੈਗ ਉੱਥੇ ਰਹਿ ਗਿਆ ਆ ਪਰਮੇਸ਼ਵਰ ਨੇ ਉਹਦੇ ਮਨ 'ਚ ਵਸ ਜਾਣਾ ਉਹ ਹੱਥੀਂ ਕੱਢ ਕੇ ਵੀ ਤਾਂ ਤੁਹਾਨੂੰ ਦੇ ਸਕਦਾ ਕਿ ਨਹੀਂ ਦੇ ਸਕਦਾ ਤੇ ਉਹ ਦੇ ਸਕਦਾ ਇਸ ਲਈ ਸਾਨੂੰ ਕਿਸੇ ਦੇ ਪਰਸ ਦੇ ਵਿੱਚੋਂ ਕੱਢਣ ਦੀ ਜ਼ਰੂਰਤ ਨਹੀਂ ਆ ਉਹ ਜਦੋਂ ਦਿੰਦਾ ਆ ਉਹ ਸ਼ਰੇਆਮ ਦਿੰਦਾ ਆ ਉਹ ਹੱਥੀਂ ਦਵਾ ਦਿੰਦਾ ਆ ਔਰ ਤੁਹਾਡੀ ਕਿਸੇ ਵੀ ਜ਼ਰੂਰਤ ਨੂੰ ਜਿਹੜਾ ਆ ਅਧੂਰਾ ਨਹੀਂ ਰਹਿਣ ਦਿੰਦਾ ਹਾਲੇਲੂਇਆ ਇਸ ਲਈ ਸਾਨੂੰ ਬਹੁਤ ਚੁਕੰਨੇ ਹੋ ਕੇ ਰਹਿਣਾ ਆ ਹੋ ਸਕਦਾ ਵਚਨ ਤੁਹਾਨੂੰ ਪਤਾ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਜਿਹੜਾ ਥੋੜੇ ਵਿੱਚ ਵਫਾਦਾਰ ਨਹੀਂ ਉਹ ਬਹੁਤੇ 'ਚ ਵੀ ਨਹੀਂ ਹੋ ਸਕਦਾ ਤੇ ਕਹਿੰਦਾ ਜੇ ਕੋਈ ਧਰਤੀ ਦੀਆਂ ਚੀਜ਼ਾਂ ਵਿੱਚ ਵਫਾਦਾਰ ਨਹੀਂ ਆ ਕਹਿੰਦਾ ਉਹ ਆਤਮਿਕ ਚੀਜ਼ਾਂ ਵਿੱਚ ਕਿੱਦਾਂ ਵਫਾਦਾਰ ਹੋ ਸਕਦਾ ਆ ਕਹਿੰਦਾ ਜੇ ਤੁਸੀਂ ਓਪਰੀਆਂ ਚੀਜ਼ਾਂ ਦੇ ਵਿੱਚ ਵਫਾਦਾਰੀ ਨਹੀਂ ਦਿਖਾਲਦੇ ਕਹਿੰਦਾ ਫਿਰ ਤੁਹਾਡੀਆਂ ਦੇ ਵਿੱਚ ਕੌਣ ਤੁਹਾਨੂੰ ਵਫਾਦਾਰੀ ਦਿਖਾਲੂਗਾ ਇਸੇ ਤਰੀਕੇ ਦੇ ਨਾਲ ਆ ਜੇ ਅਸੀਂ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਆ ਜੇ ਅਸੀਂ ਉਹਦੇ ਵਿੱਚ ਵਫਾਦਾਰ ਨਹੀਂ ਆ ਅਸੀਂ ਉਹਦੇ ਵਿੱਚ ਹੇਰਾਫੇਰੀ ਕਰਦੇ ਆ ਫਿਰ ਸਾਨੂੰ ਉਹ ਨਹੀਂ ਮਿਲਣਾ ਜੋ ਉਹ ਸਾਨੂੰ ਦੇਣਾ ਚਾਹੁੰਦਾ ਆ ਫਰਜ਼ ਰੱਖ ਲਓ ਤੁਹਾਨੂੰ ਪਰਮੇਸ਼ਵਰ ਨੇ ਜੌਬ ਦੇ ਦਿੱਤੀ ਆ ਤੁਸੀਂ ਉਸ ਜੌਬ ਦੇ ਉੱਤੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂ ਕੁਛ ਇਹੋ ਜਿਹਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੋਈ ਡਾਕੂਮੈਂਟ ਲੀਕ ਕਰਕੇ ਤੁਸੀਂ ਹੋਰ ਕਿਸੇ ਕੋਲੋਂ ਪੈਸੇ ਲੈ ਲਏ ਕੋਈ ਡਾਟਾ ਜਿਹੜਾ ਆ ਚੋਰੀ ਕਰਕੇ ਕਿਸੇ ਹੋਰ ਕੋਲੋਂ ਪੈਸੇ ਲੈ ਲਏ ਜਾਂ ਰਿਸ਼ਵਤਖੋਰੀ ਕਰ ਲਈ ਕਿਸੇ ਵੀ ਤਰੀਕੇ ਦੇ ਨਾਲ ਚੋਰੀ ਕਰ ਲਈ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਫਿਰ ਉਸੇ ਹੀ ਜੌਬ ਤੇ ਟੰਗੇ ਰਹਿਣਾ ਆ ਤੁਹਾਡੀ ਕੋਈ ਪ੍ਰਮੋਸ਼ਨ ਨਹੀਂ ਹੋਣੀ ਤੁਸੀਂ ਉੱਥੇ ਚੋਰੀ ਕਰਕੇ ਤੁਸੀਂ ਉੱਥੇ ਰਿਸ਼ਵਤ ਲੈ ਕੇ ਧਨ ਤਾਂ ਤੁਹਾਡਾ ਜ਼ਰੂਰ ਵੱਧ ਸਕਦਾ ਆ ਪਰ ਜੇ ਉਹ ਧਨ ਤੁਹਾਡਾ ਨਿਆਣਿਆਂ ਦੀਆਂ ਬਿਮਾਰੀਆਂ ਤੇ ਨਿਕਲਣਾ ਸ਼ੁਰੂ ਹੋ ਗਿਆ ਫਿਰ ਜੇ ਘਰ 'ਚ ਕਿਸੇ ਨੂੰ ਕੈਂਸਰ ਹੋ ਗਈ ਫਿਰ ਕਿਸੇ ਨੂੰ ਟੀਬੀ ਹੋ ਗਈ ਫਿਰ ਕੋਈ ਲਾ ਇਲਾਜ ਬਿਮਾਰੀਆਂ ਲੱਗ ਜਾਣ
ਤਾਂ ਫਿਰ ਤੁਹਾਡੀ ਰਿਸ਼ਵਤਖੋਰੀ ਤੁਹਾਡੇ ਲਈ ਚੰਗੀ ਆ ਕਿ ਇਮਾਨਦਾਰੀ ਦਾ ਪੈਸਾ ਜਿਹੜਾ ਤੁਸੀਂ ਤੰਦਰੁਸਤੀ ਦੇ ਨਾਲ ਬਹਿ ਕੇ ਰੋਟੀ ਖਾਵੋ ਉਹ ਚੰਗਾ ਆ? ਇਸ ਲਈ ਡਰੋ, ਪਾਪ ਕਰਨ ਤੋਂ ਡਰੋ। ਪਾਪ ਬਹੁਤ ਤੇਜ਼ੀ ਨਾਲ ਫੈਲ ਰਿਹਾ ਇਸ ਸੰਸਾਰ ਦੇ ਵਿੱਚ, ਪਰ ਆਪਾਂ ਸੁਚੇਤ ਰਹਿਣਾ ਆ। ਪਰਮੇਸ਼ਵਰ ਹੀ ਆਪਾਂ ਨੂੰ ਸੁਚੇਤ ਰਹਿਣ 'ਚ ਮਦਦ ਕਰ ਸਕਦੇ ਆ। ਇਸੇ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿਹਾ? ਕਹਿੰਦਾ ਮੈਂ ਜਾਣਾ ਆ ਔਰ ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਸਹਾਇਕ ਭੇਜੂਗਾ, ਅਰਥਾਤ ਪਵਿੱਤਰ ਆਤਮਾ, ਜਿਹੜਾ ਸਭਨਾਂ ਗੱਲਾਂ ਦੇ ਵਿਖੇ ਤੁਹਾਨੂੰ ਸਿਖਾਊਗਾ, ਤੁਹਾਡੀ ਅਗਵਾਈ ਕਰੂਗਾ ਤੇ ਮੇਰੀਆਂ ਗੱਲਾਂ ਤੁਹਾਨੂੰ ਚੇਤੇ ਕਰਾਊਗਾ। ਜਦੋਂ ਤੁਸੀਂ ਕਨਫਿਊਜ਼ਨ 'ਚ ਆ ਬਈ ਇਹ ਪਾਪ ਆ ਕਿ ਨਹੀਂ, ਉਦੋਂ ਹੀ ਤੁਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ, ਪ੍ਰਭੂ ਆਪਣੇ ਪਵਿੱਤਰ ਆਤਮਾ ਦੇ ਰਾਹੀਂ ਪ੍ਰਗਟ ਕਰੋ ਕਿ ਮੈਂ ਪਾਪ ਤਾਂ ਨਹੀਂ ਕਰਨ ਲੱਗਾ, ਕੀ ਇਹ ਕੰਮ ਕਰਨਾ ਮੇਰੇ ਲਈ ਜਾਇਜ਼ ਆ? ਤੁਹਾਡਾ ਵਚਨ ਇਸ ਕੰਮ ਦੇ ਨਾਲ ਸਹਿਮਤੀ ਪਾਉਂਦਾ ਆ? ਜੇ ਵਚਨ ਸਹਿਮਤੀ ਨਾ ਪਾਵੇ ਜਿਹੜੇ ਵੀ ਕੰਮ ਦੇ ਨਾਲ, ਭਾਵੇਂ ਉਹਦੇ ਵਿੱਚ ਤੁਹਾਨੂੰ ਕਰੋੜਾਂ ਦਾ ਫਾਇਦਾ ਹੁੰਦਾ ਹੋਵੇ, ਉਹ ਕੰਮ ਨਾ ਕਰਿਓ, ਕਿਉਂਕਿ ਤੁਸੀਂ ਕਰੋੜ ਰੁਪਈਆ ਰਿਸ਼ਵਤ ਦੇ ਕੇ ਸਵਰਗ ਨੂੰ ਨਹੀਂ ਜਾ ਸਕਦੇ। ਸਵਰਗ ਨੂੰ ਸਿਰਫ ਨੇਕੀਆਂ ਨੇ ਲੈ ਕੇ ਜਾਣਾ ਆ, ਚੰਗਿਆਈਆਂ ਨੇ ਲੈ ਕੇ ਜਾਣਾ, ਭਲਾਈਆਂ ਨੇ ਲੈ ਕੇ ਜਾਣਾ ਆ। ਇਸ ਲਈ ਪਾਪ ਮਨ ਵਿੱਚ ਵੀ ਨਹੀਂ ਆਉਣਾ ਚਾਹੀਦਾ। ਕੰਮਾਂ ਦੇ ਵਿੱਚ ਤਾਂ ਪਾਪ ਪ੍ਰਗਟ ਹੋਣਾ ਬਹੁਤ ਵੱਡੀ ਗੱਲ ਆ। ਪਾਪ ਸਾਡੀਆਂ ਸੋਚਾਂ ਵਿੱਚ ਵੀ ਨਾ ਹੋਵੇ। ਸਾਡੀ ਭਗਤੀ ਕੀ ਹੋਣੀ ਚਾਹੀਦੀ ਆ? ਸਾਨੂੰ ਪਤਾ ਹੋਣਾ ਚਾਹੀਦਾ ਨਾ ਅਸੀਂ ਭਗਤੀ ਕੀ ਕਰਨੀ। ਬਹੁਤ ਸਾਰੇ ਲੋਕੀ ਸੋਚਦੇ ਕਿ ਇੱਕ ਲੱਤ ਤੇ ਖੜੇ ਹੋ ਗਏ ਤੇ ਭਗਤੀ ਹੋ ਗਈ। ਅਸਲ ਵਿੱਚ ਜਿਹੜੀ ਭਗਤੀ ਆ, ਖੁਆਇਸ਼ਾਂ ਨੂੰ ਮਾਰਨਾ ਔਰ ਪਰਮੇਸ਼ਵਰ ਦੇ ਹੁਕਮਾਂ ਨੂੰ ਪੂਰੀਆਂ ਕਰਨਾ, ਚਾਹੇ ਉਹਨਾਂ ਦੇ ਵਿੱਚ ਜਿਸਮ ਰਾਜੀ ਹੋਵੇ ਜਾਂ ਨਾ ਰਾਜੀ ਹੋਵੇ, ਉਹਨੂੰ ਭਗਤੀ ਗਿਣਿਆ ਜਾਂਦਾ ਆ। ਜਿਸਮ ਨੇ ਕਹਿਣਾ ਰੋਜ਼ ਪੀਜ਼ਾ ਹੀ ਹੋਵੇ, ਬਰਗਰ ਹੀ ਹੋਵੇ। ਹੁਣ ਪੀਜ਼ਾ ਬਰਗਰ ਖਾਣ ਦੇ ਲਈ ਪੈਸੇ ਵੀ ਮੰਗੂਗਾ, ਫਿਰ ਪੈਸੇ ਵੀ ਜ਼ਿਆਦਾ ਹੋਣ, ਫਿਰ ਇਹਨੇ ਸੋਹਣੇ ਕੱਪੜੇ ਵੀ ਮੰਗਣੇ ਆ। ਇਸ ਲਈ ਇਹਨੂੰ ਸਾਦਾ ਹੀ ਭੋਜਨ ਦਿਓ। ਇਹਨੂੰ ਕਹੋ ਜੋ ਮੈਨੂੰ ਰੱਬ ਨੇ ਦਿੱਤਾ ਮੈਂ ਇੰਨੇ 'ਚ ਹੀ ਰਾਜੀ, ਮੈਂ ਇੰਨੇ 'ਚ ਹੀ ਸਾਰੇ ਮਹੀਨੇ ਦਾ ਖਰਚਾ ਕਰਨਾ ਆ। ਜੀਣਾ ਮੇਰੇ ਲਈ ਜ਼ਿਆਦਾ ਜ਼ਰੂਰੀ ਆ ਪੀਜ਼ਾ ਖਾ ਕੇ ਜੀਵਾਂ ਜਾਂ ਮੈਂ ਸੁੱਕੀ ਰੋਟੀ ਖਾ ਕੇ ਜੀਵਾਂ। ਪੀਜ਼ਾ ਖਾਣ ਦੇ ਲਈ ਚੋਰੀ ਕਰਨ ਦੀ ਜ਼ਰੂਰਤ ਨਹੀਂ ਆ। ਜਦੋਂ ਤੁਸੀਂ ਰੋਟੀ ਖਾ ਕੇ ਗੁਜ਼ਾਰਾ ਕਰੋਗੇ, ਉਹ ਤੁਹਾਨੂੰ ਪੀਜ਼ਾ ਖਵਾਉਣ ਦੀ ਵੀ ਤਾਕਤ ਰੱਖਦਾ, ਕਿਉਂਕਿ ਉਹਦੇ ਭੰਡਾਰੇ ਬਹੁਤ ਖੁੱਲ੍ਹੇ ਆ। ਹਾਲੇਲੂਇਆ। ਇੱਦਾਂ ਨਹੀਂ ਆ ਕਿ ਜਿਹੜੇ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਆ ਉਹ ਸਦਾ ਗਰੀਬ ਰਹਿੰਦੇ ਆ। ਇੱਦਾਂ ਬਿਲਕੁਲ ਨਹੀਂ ਆ। ਉਹ ਅਮੀਰਾਂ ਨਾਲੋਂ ਵੀ ਵੱਧ ਅਮੀਰ ਕਰਨ ਦੀ ਤਾਕਤ ਰੱਖਦਾ ਆ, ਬਸ਼ਰਤੇ ਕਿ ਅਸੀਂ ਆਗਿਆਕਾਰੀ ਵਿੱਚ ਹੋਣੇ ਚਾਹੀਦੇ ਆ। ਇੱਕ ਪੀਰੀਅਡ ਆ, ਇਸ ਪੀਰੀਅਡ ਦੇ ਵਿੱਚੋਂ ਅਸੀਂ ਨਿਕਲਣਾ ਆ, ਇਸ ਸਮੇਂ ਦੇ ਵਿੱਚੋਂ ਅਸੀਂ ਨਿਕਲਣਾ, ਇਹਨੂੰ ਅਸੀਂ ਕ੍ਰੋਸ ਕਰਨਾ ਆ। ਜਦੋਂ ਅਸੀਂ ਇਸ ਸਮੇਂ ਨੂੰ ਕ੍ਰੋਸ ਕਰ ਗਏ, ਜੇ ਇਸ ਸਮੇਂ 'ਚ ਵੈਰੀ ਬਾਰ-ਬਾਰ ਪਾਪ ਦਾ ਅਟੈਕ ਸਾਡੇ ਉੱਤੇ ਕਰਦਾ, ਫਿਰ ਉਹਦੇ ਬਾਅਦ 'ਚ ਆਪਾਂ ਨੂੰ ਇੰਨਾ ਖਤਰਾ ਨਹੀਂ ਰਹਿਣਾ। ਫਿਰ ਆਪਾਂ ਨੂੰ ਜਾਂਚ ਆ ਜਾਣੀ ਆ ਪਾਪ ਤੋਂ ਬਚਣ ਦੀ। ਹਾਲੇ ਆਪਾਂ ਨੂੰ ਜਾਂਚ ਆਈ ਨਹੀਂ ਆ। ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਅਜੇ ਜਾਂਚ ਆਈ ਨਹੀਂ ਆ। ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਤੁਸੀਂ ਅੱਜ ਤੋਂ ਇੱਕ ਭਗਤੀ ਕਰਨੀ ਸ਼ੁਰੂ ਕਰੋ। ਜਦੋਂ ਹੀ ਮਨ ਵਿੱਚ ਕਿਸੇ ਦੇ ਲਈ ਬੁਰਾ ਖਿਆਲ, ਕਿਸੇ ਭੈਣ ਭਰਾ ਤੇ ਗੁੱਸਾ ਆਉਣ ਲੱਗਦਾ ਆ, ਉਦੋਂ ਹੀ ਕਹੋ ਨਹੀਂ ਜੀ ਮੈਂ ਨਹੀਂ ਗੁੱਸਾ ਕਰਨਾ। ਮੈਂ ਕਾਹਤੇ ਗੁੱਸਾ ਕਰਨਾ? ਮੇਰਾ ਰੱਬ ਜਾਣੇ ਤਾਂ ਉਹ ਜਾਣੇ, ਮੈਂ ਨਹੀਂ ਨਾਰਾਜ਼ ਹੋਣਾ। ਕੋਈ ਚੁਗਲੀ ਨਿੰਦਿਆ ਕਰਦਾ, ਤੁਸੀਂ ਹਾਮੀ ਨਹੀਂ ਭਰਨੀ। ਜੇ ਤੁਸੀਂ ਮੂੰਹੋਂ ਨਹੀਂ ਵੀ ਚੁਗਲੀ ਨਿੰਦਿਆ ਕੀਤੀ, ਤੁਸੀਂ ਆਹੋ ਹੀ ਕਹਿਤਾ ਤੇ ਤੁਸੀਂ ਫਸ ਗਏ, ਕਿਉਂਕਿ ਤੁਸੀਂ ਆਹੋ ਕਹਿ ਕੇ ਜ਼ਾਹਰ ਕਰ ਦਿੱਤਾ ਕਿ ਜੇ ਮੰਨ ਲਓ ਉਹਨੇ ਕਿਹਾ ਵੀ ਤੁਹਾਡੇ ਜਿਹੜੇ ਗਵਾਂਢੀ ਆ ਇਹਨਾਂ ਦੇ ਨਿਆਣੇ ਬਹੁਤ ਖਰਾਬ ਆ, ਤੁਸੀਂ ਜੇ ਕਹਿ ਦੋ ਨਾ ਹੂੰ, ਇਹਦਾ ਮਤਲਬ ਵੀ ਤੁਸੀਂ ਵੀ ਇਹੀ ਕਿਹਾ ਆ ਵੀ ਉਹਨਾਂ ਦੇ ਨਿਆਣੇ ਖਰਾਬ ਆ। ਤੁਸੀਂ ਫਿਰ ਇਹ ਨਹੀਂ ਕਹਿ ਸਕਦੇ ਵੀ ਮੈਂ ਤਾਂ ਨਹੀਂ ਕਿਹਾ ਸੀ ਉਹਨਾਂ ਦੇ ਨਿਆਣੇ ਖਰਾਬ, ਉਹ ਤਾਂ ਉਹਨੇ ਕਿਹਾ ਸੀ, ਮੈਂ ਤਾਂ ਮਾੜਾ ਜਿਹਾ ਹੂੰ ਹੀ ਕਿਹਾ ਸੀ। ਹੂੰ ਕਾਹਤੇ ਕਿਹਾ? ਤੁਸੀਂ ਹੂੰ ਦੀ ਥਾਂ ਤੇ ਇਹ ਵੀ ਕਹਿ ਹੀ ਸਕਦੇ ਸੀ ਚੱਲ ਆਪਾਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਉਹਨਾਂ ਨੂੰ ਸੁਧਾਰ ਦੂਗਾ। ਕਹਿ ਸਕਦੇ ਸੀ ਕਿ ਨਹੀਂ ਕਹਿ ਸਕਦੇ ਸੀਗੇ? ਕਿਸੇ ਦੀ ਵੀ ਚੁਗਲੀ ਨਿੰਦਿਆ 'ਚ ਤੁਹਾਡੀ ਹੂੰ ਨਹੀਂ ਹੋਣੀ ਚਾਹੀਦੀ, ਤੁਹਾਡਾ ਹਾਂ ਨਹੀਂ ਹੋਣਾ ਚਾਹੀਦਾ, ਤੁਹਾਡੀ ਆਹੋ ਨਹੀਂ ਹੋਣੀ ਚਾਹੀਦੀ। ਭਾਵ ਤੁਹਾਡੀ ਸਹਿਮਤੀ ਕਿਸੇ ਦੇ ਵੀ ਗਲਤ ਕੰਮ 'ਚ ਨਹੀਂ ਹੋਣੀ ਚਾਹੀਦੀ। ਕਿਸੇ ਦੇ ਝੂਠ ਦੀ ਗਵਾਹੀ ਨਾ ਪਾਓ, ਕਿਸੇ ਦੀ ਚੀਜ਼ ਦੀ ਲਾਲਸਾ ਨਾ ਕਰੋ ਬਈ ਇਹਦੀ ਚੀਜ਼ ਮੈਨੂੰ ਹੀ ਮਿਲ ਜਾਵੇ, ਰੱਬ ਕਰਕੇ ਇਹ ਮਾਰੀ ਜਾਵੇ, ਇਹਦਾ ਘਰ ਮੈਨੂੰ ਮਿਲ ਜਾਵੇ, ਰੱਬ ਕਰਕੇ ਇਹ ਮਾਰੀ ਜਾਵੇ, ਇਹਦੇ ਨਿਆਣਿਆਂ ਤੋਂ ਮੈਂ ਕੰਮ ਕਰਾਵਾਂ, ਇਹ ਜਿਹੜੀ ਵਿਧਵਾ ਆ ਇਹਦੀਆਂ ਚੀਜ਼ਾਂ ਦੇ ਉੱਤੇ ਮੈਂ ਕਬਜ਼ਾ ਕਰ ਲਵਾਂ, ਇਹਦਾ ਹੱਕ ਮੈਂ ਮਾਰ ਲਵਾਂ। ਇੰਨਾ ਕਾਰਨਰ ਇੱਕ ਜ਼ਮੀਨ ਦਾ, ਤੁਸੀਂ ਜੇ 10 ਫੁੱਟ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਵੀ ਲਓਗੇ, ਸਵਰਗ 'ਚ ਕੋਠਾ ਨਹੀਂ ਪੈਣਾ ਤੁਹਾਡਾ। ਇਹ ਭਗਤੀ ਕਰਨੀ ਆਪਾਂ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਅੱਜ ਆਪਣੇ ਮਨ ਵਿੱਚ ਲੈ ਲਵੋਗੇ, ਮੈਂ ਯਕੀਨ ਕਰਦੀ ਫਿਰ ਆਪਾਂ ਸਾਰਿਆਂ ਨੇ ਸਵਰਗ ਦੇ ਵਿੱਚ ਦੁਬਾਰਾ ਮਿਲ ਪੈਣਾ ਯਿਸੂ ਮਸੀਹ ਦੇ ਨਾਮ 'ਚ।
ਹਾਲੇਲੂਇਆ। ਇੱਥੇ ਤਾਂ ਆਪਾਂ ਵੱਖ-ਵੱਖ ਘਰਾਂ ਦੇ ਵਿੱਚ ਰਹਿੰਦੇ ਆ, ਇੰਨਾ ਆਉਣਾ ਜਾਣਾ ਮੇਰੇ ਖਿਆਲ ਸੌਖਾ ਨਹੀਂ ਆ। ਕਿੰਨਾ ਸੋਹਣਾ ਆ ਸਵਰਗ, ਜਿੱਥੇ ਆਪਾਂ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਉੱਠਣਾ ਬਹਿਣਾ ਤੁਰਨਾ ਫਿਰਨਾ, ਔਰ ਪਰਮੇਸ਼ਵਰ ਨੇ ਵੀ ਆਪਣੇ ਨਾਲ ਹੋਣਾ ਆ। ਹਾਲੇਲੂਇਆ। ਜਦੋਂ ਧਰਤੀ ਦੀਆਂ ਇੱਛਾਵਾਂ ਬਹੁਤ ਸਤਾਉਣ ਲੱਗ ਜਾਣ, ਜਦੋਂ ਧਰਤੀ ਦੀਆਂ ਚੀਜ਼ਾਂ ਦੀ ਕਾਮਨਾਵਾਂ ਬਹੁਤ ਜ਼ਿਆਦਾ ਵੱਧ ਜਾਣ, ਉਦੋਂ ਸਵਰਗ ਨੂੰ ਵਿਜ਼ੂਅਲਾਈਜ਼ ਕਰਨਾ ਆ, ਉਦੋਂ ਸਵਰਗ ਦੇ ਬਾਰੇ 'ਚ ਧਿਆਨ ਲਾਉਣਾ ਆ ਵੀ ਸਵਰਗ ਕਿੰਨਾ ਸੋਹਣਾ ਆ, ਸਵਰਗ ਦੇ ਵਿੱਚ ਕਿੰਨੀਆਂ ਸੋਹਣੀਆਂ ਚੀਜ਼ਾਂ ਆ। ਉੱਥੇ ਮੇਰੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ, ਉੱਥੇ ਮੇਰੇ ਪਰਮੇਸ਼ਵਰ ਦੇ ਨਾਲ ਨਾਲ ਅਸੀਂ ਰਹਿਣਾ, ਅਸੀਂ ਉਹਦੇ ਜਲਾਲ ਨੂੰ ਦੇਖਣਾ, ਸੋਨੇ ਦੀਆਂ ਸੜਕਾਂ 'ਤੇ ਤੁਰਨਾ ਆ, ਇੰਨੇ ਫਲਦਾਰ ਬੂਟੇ ਆ। ਸਵਰਗਦੂਤਾਂ ਦੇ ਨਾਲ ਅਸੀਂ ਵੀ ਉਹਦੀ ਹਜ਼ੂਰੀ 'ਚ ਗਾਇਆ ਕਰਨਾ ਆ। ਉੱਥੇ ਭੁੱਖ ਨਹੀਂ ਹੋਣੀ, ਉੱਥੇ ਪਿਆਸ ਨਹੀਂ ਹੋਣੀ, ਉੱਥੇ ਰੋਣਾ ਨਹੀਂ, ਕਚੀਚੀਆਂ ਵੱਟਣਾ ਨਹੀਂ, ਕੋਈ ਚੁਗਲਿਆ ਨਹੀਂ, ਕੋਈ ਨਿੰਦਿਆ ਨਹੀਂ, ਕੋਈ ਬਿਮਾਰੀ ਨਹੀਂ, ਕੋਈ ਮੌਤ ਦਾ ਡਰ ਨਹੀਂ, ਕੋਈ ਚੋਰੀ ਦਾ ਡਰ ਨਹੀਂ, ਕੋਈ ਲੁੱਟ ਖੋਹ ਦਾ ਡਰ ਨਹੀਂ। ਕਿੰਨਾ ਵੱਡਾ ਆਨੰਦ ਆ। ਤੇ ਜੇ ਆਪਾਂ ਛੋਟੀਆਂ ਛੋਟੀਆਂ ਖੁਆਇਸ਼ਾਂ ਜਿਹੜੀਆਂ ਸੰਸਾਰ ਦੀਆਂ ਆ, ਜੇ ਆਪਾਂ ਇਹਨਾਂ ਨੂੰ ਖਤਮ ਕਰ ਲਈਏ ਤੇ ਇੰਨੀ ਵੱਡੀ ਡਿਜ਼ਾਇਰ, ਕਿਉਂਕਿ ਸਾਡਾ ਪਰਮੇਸ਼ਵਰ ਵੱਡਾ ਨਾ, ਇਸ ਲਈ ਉਹ ਕਹਿੰਦਾ ਕੁਝ ਸੋਚਣਾ ਤੇ ਵੱਡਾ ਸੋਚੋ, ਪਲਾਨ ਕਰਨਾ ਤੇ ਕੁਝ ਵੱਡਾ ਪਲਾਨ ਕਰੋ। ਇਸ ਲਈ ਇੱਥੇ ਦਾ ਕੁਝ ਨਾ ਪਲਾਨ ਕਰੋ, ਪਲਾਨ ਕਰਨਾ ਤੇ ਕੁਝ ਉੱਪਰਲਾ ਪਲਾਨ ਕਰੋ। ਤੁਹਾਨੂੰ ਪਤਾ ਬਹੁਤ ਛੇਤੀ ਪਲੇਨ ਸਟਾਰਟ ਹੋ ਜਾਣੇ ਆ, ਜਿਨ੍ਹਾਂ ਨੇ ਆਪਾਂ ਨੂੰ ਡਿਫਰੈਂਟ ਜਿਹੜੇ ਉਪਗ੍ਰਹਿ ਆ ਉਹਨਾਂ 'ਤੇ ਲੈ ਕੇ ਜਾਇਆ ਕਰਨਾ ਆ। ਬਈ ਚਲੋ ਜੀ ਫਲਾਨੇ ਗ੍ਰਹਿ 'ਤੇ ਸੈਰ ਕਰਾ ਕੇ ਲਿਆਈਏ, ਚੰਦਰਮਾ ਕਿੱਦਾਂ ਦਾ ਲੱਗਦਾ, ਆ ਜਾਓ ਤੁਹਾਨੂੰ ਸੈਰ ਕਰਾ ਕੇ ਲਿਆਈਏ। ਪਰ ਇੱਕ ਵੀ ਜਹਾਜ਼ ਇਹੋ ਜਿਹਾ ਨਹੀਂ ਬਣਨਾ ਜਿਹੜਾ ਤੁਹਾਨੂੰ ਇਹ ਕਹਿ ਦੇਵੇ ਆ ਜਾਓ ਤੁਹਾਨੂੰ ਸਵਰਗ ਦੀ ਸੈਰ ਕਰਾ ਕੇ ਲਿਆਈਓ। ਉਹ ਇੱਕੋ ਹੀ ਜਹਾਜ਼ ਆ, ਯਿਸੂ ਮਸੀਹ ਦੇ ਨਾਮ ਦਾ, ਤੇ ਉਹ 'ਚ ਸਿਰਫ ਧਰਮੀ ਜਿਹੜੇ ਆ ਉਹੀ ਜਾਣਗੇ ਜਿਨ੍ਹਾਂ ਨੂੰ ਸਵਰਗ ਦਾ ਵੀਜ਼ਾ ਮਿਲੂਗਾ। ਹਾਲੇਲੂਇਆ। ਔਰ ਅਸੀਂ ਸਿਰਫ ਉਹ ਲੋਕ ਅਸੀਂ ਹੋਵਾਂਗੇ ਜਿਹੜੇ ਵਚਨ ਦੇ ਅਨੁਸਾਰ ਚੱਲਾਂਗੇ, ਔਰ ਧਰਤੀ ਦੇ ਲੋਕ ਦੇਖਦੇ ਰਹਿ ਜਾਣਗੇ। ਉਹਨਾਂ ਦੀਆਂ ਇਸ ਧਰਤੀ ਦੀਆਂ ਕੀਤੀਆਂ ਹੋਈਆਂ ਸਾਰੀਆਂ ਸੈਰਾਂ ਵਿਅਰਥ ਹੋ ਜਾਣੀਆਂ। ਫਿਰ ਉਹਨਾਂ ਨੇ ਕਹਿਣਾ ਉਹ ਸੈਰ ਜਿਹੜੀ ਅਸੀਂ ਫਲਾਨੇ ਚੰਦਰਮਾ ਨੂੰ ਦੇਖਣ ਚਲੇ ਗਏ ਸੀ, ਅਸੀਂ ਫਲਾਨੇ ਗ੍ਰਹਿ ਨੂੰ ਦੇਖਣ ਚਲੇ ਗਏ ਸੀਗੇ, ਕਾਸ਼ ਕਿਤੇ ਉਸ ਸਮੇਂ ਅਸੀਂ ਤੌਬਾ ਕੀਤੀ ਹੁੰਦੀ, ਕਾਸ਼ ਕਿਤੇ ਉਦੋਂ ਜਿਹੜਾ ਵਚਨ ਅਸੀਂ ਸੁਣਿਆ ਸੀ ਉਹ ਸਾਡੇ ਮਨ ਵਿੱਚ ਉਤਰ ਗਿਆ ਹੁੰਦਾ, ਕਾਸ਼ ਅਸੀਂ 2 ਮਿੰਟ ਬਹਿ ਕੇ ਆਪਣੇ ਗੁਨਾਹਾਂ ਦਾ ਇਕਰਾਰ ਕੀਤਾ ਹੁੰਦਾ, ਕਾਸ਼ ਅਸੀਂ ਇਹ ਪੈਸੇ ਦੇ ਨਾਲ ਕਿਸੇ ਵਿਧਵਾ ਦੀ ਮਦਦ ਕੀਤੀ ਹੁੰਦੀ, ਕਾਸ਼ ਇਹ ਘੁੰਮਣ ਫਿਰਨ ਵਾਲਾ ਐਸ਼ਪ੍ਰਸਤੀਆਂ ਵਾਲਾ ਧਨ ਕਿਤੇ ਅਸੀਂ ਯਤੀਮਾਂ ਦੀ ਮਦਦ ਕਰਨ ਵਿੱਚ ਲਗਾਇਆ ਹੁੰਦਾ, ਅੱਜ ਅਸੀਂ ਵੀ ਇਹਨਾਂ ਦੇ ਨਾਲ ਸਵਰਗ ਨੂੰ ਜਾਂਦੇ ਜਾਂ ਜਾਣਾ ਹੁੰਦਾ। ਤੇ ਫਿਰ ਅਸੀਂ ਕਹਿਣਾ ਪ੍ਰਭੂ ਸ਼ੁਕਰ ਆ, ਤੂੰ ਸਾਨੂੰ ਕਿਤੇ ਇੰਨਾ ਧਨੀ ਨਹੀਂ ਕੀਤਾ ਸੰਸਾਰ ਦੇ ਉੱਤੇ ਵੀ ਅਸੀਂ ਪਾਪ ਹੀ ਕਰਦੇ ਰਹਿ ਗਏ। ਚੰਗਾ ਹੋਇਆ ਤੂੰ ਸਾਨੂੰ ਗਰੀਬੀ 'ਚ ਹੀ ਰੱਖਿਆ, ਐਟਲੀਸਟ ਸਾਡੀ ਗਰੀਬੀ ਸਾਨੂੰ ਤੇਰੇ ਨਾਲ ਤਾਂ ਜੋੜਦੀ ਸੀ, ਸਾਡੇ ਦੁੱਖ ਸਾਨੂੰ ਤੇਰੀ ਹਜ਼ੂਰੀ 'ਚ ਤਾਂ ਲੈ ਕੇ ਜਾਂਦੇ ਸੀ, ਤੇਰਾ ਵਚਨ ਸਾਨੂੰ ਪਾਪ ਤੋਂ ਤਾਂ ਬਚਾਉਂਦਾ ਸੀ। ਚੰਗਾ ਹੋਇਆ ਉਦੋਂ ਦੁੱਖ ਝੱਲ ਲਿਆ, ਪਰ ਹੁਣ ਸਾਨੂੰ ਸਦਾ ਦਾ ਆਨੰਦ ਆ। ਹਾਲੇਲੂਇਆ। ਸੋ ਮੈਂ ਯਕੀਨ ਕਰਦੀ ਹਾਂ ਤੁਸੀਂ ਜ਼ਰੂਰ ਆਪਣੇ ਗੁਨਾਹਾਂ ਤੋਂ ਤੌਬਾ ਕਰੋਗੇ, ਔਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇੱਕ ਸੱਚੀ ਭਗਤੀ ਦੇ ਲਈ ਜੁੜੋਗੇ, ਔਰ ਸਵਰਗ ਜਾਣ ਦੇ ਲਈ ਆਪਣੀਆਂ ਰੂਹਾਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪੋਗੇ। ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਲੈ ਕੇ ਹਮੇਸ਼ਾ ਤੀਕਰ ਪਰਮੇਸ਼ਵਰ ਜੀ ਦੇ ਚਾਹੁਣ ਵਾਲਿਆਂ ਦੇ ਨਾਲ ਬਣੀ ਰਹੇ। ਆਮੀਨ। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777।